ਹੈਲੋ ਡੀਅਰ ਸਟੂਡੈਂਟਸ, ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟਾ, ਅੱਜ ਮੈਂ ਤੁਹਾਡੇ ਨਾਲ ਜਿਹੜਾ 10ਵੀਂ ਕਲਾਸ ਦਾ ਚੈਪਟਰ ਡਿਸਕਸ ਕਰਨ ਜਾ ਰਹੀ ਹਾਂ ਉਸ ਦਾ ਨਾਮ ਹੈ ਸਾਡਾ ਵਾਤਾਵਰਨ ਜਾਂ ਅਵਰ ਇਨਵਾਇਰਮੈਂਟ। ਬੇਟਾ, ਇਸ ਚੈਪਟਰ ਨੂੰ ਅਸੀਂ ਬਹੁਤ ਧਿਆਨ ਨਾਲ ਕਰਨਾ ਹੈ ਤਾਂ ਕਿ ਇਹ ਚੈਪਟਰ ਜਿਹੜਾ ਹੈ ਸਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਬੇਟਾ, ਇਸ ਚੈਪਟਰ ਦੇ ਦੋਨੋਂ ਕੁਐਸਚਨਸ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਜਿੱਦਾਂ ਕਿ ਮੈਂ ਇਹ ਚੈਪਟਰ ਦਾ ਇੰਗਲਿਸ਼ ਵਰਜ਼ਨ ਵੀ ਤੁਹਾਨੂੰ ਸਮਝਾਇਆ ਹੈ ਤਾਂ ਕਿ ਦੋਨੋਂ ਮੀਡੀਅਮਸ ਨੂੰ ਪ੍ਰੋਬਲਮ ਨਾ ਆਏ। ਸੋ ਲੈਟ ਅਸ ਸਟਾਰਟ ਵਿਦ ਆਰ ਚੈਪਟਰ। ਔਰ ਬਹੁਤ ਇੰਟਰਸਟਿੰਗ ਚੈਪਟਰ ਇਸ ਲਈ ਹੈ ਬਿਕੋਜ਼ ਇਹ ਸਾਡੇ ਇਨਵਾਇਰਮੈਂਟਲ ਨਾਲ ਰਿਲੇਟਡ ਹੈ ਔਰ ਇਹਦੇ 'ਚ ਕੁਛ ਇੰਨੀ ਸਮਝਣ ਵਾਲੀ ਗੱਲ ਇਸ ਲਈ ਨਹੀਂ ਹੈ ਕਿਉਂਕਿ ਬਿਕੋਜ਼ ਇਹ ਸਾਰਾ ਕੁਛ ਤੁਹਾਡੀ ਡੇਲੀ ਲਾਈਫ ਦੇ ਨਾਲ ਵੇਰੀ ਕਰਦਾ ਹੈ। ਸੋ ਆਓ ਬੱਚਿਓ, ਪੜ੍ਹੀਏ ਪਹਿਲਾ ਕੁਐਸਚਨ। ਵਾਤਾਵਰਨ ਨੂੰ ਪਰਿਭਾਸ਼ਿਤ ਕਰੋ, ਇਸ ਦੇ ਘਟਕਾਂ ਦੇ ਨਾਮ ਲਿਖੋ। ਬੇਟਾ, ਵਾਤਾਵਰਨ ਤੋਂ ਭਾਵ ਹੈ ਮਨੁੱਖ ਦੇ ਚੁਗਰਦੇ ਤੋਂ ਕਿ ਵੇਅਰ ਅ ਐਨੀਮਲਸ ਔਰ ਵੇਅਰ ਅ ਹਿਊਮਨ ਬੀਇੰਗ ਲਿਵ। ਇਸ ਨੂੰ ਸਮੁੱਚੇ ਬਾਹਰੀ ਤੱਤਾਂ, ਸਜੀਵਾਂ ਅਤੇ ਨਿਰਜੀਵਾਂ ਦੋਵੇਂ ਹੀ ਘਟਕਾਂ ਅਤੇ ਕੁਦਰਤੀ ਸ਼ਕਤੀਆਂ ਜੋ ਕਿ ਜੀਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਹ ਇੱਕ ਅਜਿਹੇ ਘੇਰੇ ਦੇ ਰੂਪ ਵਿੱਚ ਹੁੰਦਾ ਹੈ ਜੋ ਮਨੁੱਖ ਦੇ ਚਾਰੇ ਪਾਸੇ ਮੌਜੂਦ ਹੈ। ਬੇਸਿਕਲੀ ਬੇਟਾ, ਇਨਵਾਇਰਮੈਂਟ ਸਾਡੇ ਚਾਰੇ ਪਾਸੇ ਮੌਜੂਦ ਹੈ। ਵਾਤਾਵਰਨ ਉਹ ਭੌਤਿਕ ਅਤੇ ਜੈਵਿਕ ਸੰਸਾਰ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ। ਬੇਟਾ, ਇਹਨੂੰ ਤੁਸੀਂ ਸਿੰਪਲ ਸ਼ਬਦਾਂ 'ਚ ਲਿਖ ਸਕਦੇ ਹੋ ਕਿ ਵਾਤਾਵਰਨ ਉਹ ਭੌਤਿਕ ਅਤੇ ਜੈਵਿਕ ਸੰਸਾਰ ਹੈ। ਯਾਨੀ ਜੈਵਿਕ ਮਤਲਬ ਜਿੰਦਾ ਅਤੇ ਭੌਤਿਕ ਮਤਲਬ ਜਿੱਦਾਂ ਕਿ ਹਵਾ, ਪਾਣੀ, ਠੀਕ ਹੈ ਨਾ। ਇਸ ਜੋ ਕਿ ਅਸੀਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਇਸ ਦੇ ਪ੍ਰਮੁੱਖ ਘਟਕ ਹਨ ਜੈਵ ਅਤੇ ਅਜੈਵ ਹਨ। ਜੈਵ ਘਟਕ ਸਾਰੇ ਜੀਵ ਜੰਤੂ, ਪੌਦੇ, ਮਨੁੱਖ ਜੈਵ ਘਟਕ ਹੁੰਦੇ ਹਨ। ਅਤੇ ਅਜੈਵਿਕ ਘਟਕ ਦੀ ਮੈਂ ਗੱਲ ਕਰਾਂ ਅਤੇ ਲਾਈਕ ਹਵਾ ਬੇਟਾ ਤੁਹਾਡੀ ਅਜੈਵਿਕ ਘਟਕ ਹੁੰਦੀ ਹੈ। ਪਾਣੀ ਹੁੰਦਾ ਹੈ, ਥਲ ਹੁੰਦਾ ਹੈ। ਹਵਾ ਤੋਂ ਸਾਹ ਕਿਰਿਆ ਹੁੰਦੀ ਹੈ। ਪਾਣੀ ਨੂੰ ਅਸੀਂ ਪੀਂਦੇ ਹਾਂ ਅਤੇ ਥਲ ਸਾਡਾ ਨਿਵਾਸ ਹੈ। ਇਸ ਤੋਂ ਇਲਾਵਾ ਮੌਸਮ ਸੰਬੰਧੀ ਘਟਕ ਹਨ ਜਿਵੇਂ ਕਿ ਸੌਰ ਊਰਜਾ, ਤਾਪ ਪ੍ਰਕਾਸ਼, ਵਰਖਾ, ਨਮੀ ਅਤੇ ਹਨੇਰੀ। ਥੀਸ ਆਲ ਆਰ ਯੂਅਰ ਅਜੈਵਿਕ ਘਟਕ ਹੈ ਨਾ। ਅਜੈਵਿਕ ਘਟਕ ਯਾਨੀ ਏ ਬਾਇਓਟਿਕ ਕੰਪੋਨੈਂਟ ਅਤੇ ਜੈਵਿਕ ਘਟਕ ਜਿਹਨੂੰ ਆਪਾਂ ਕਹਿੰਦੇ ਹਾਂ ਬਾਇਓਟਿਕ ਕੰਪੋਨੈਂਟਸ। ਠੀਕ ਹੈ ਬੇਟਾ, ਯਾਨੀ ਸਾਰੇ ਜੀਵ ਜੰਤੂ, ਪੌਦੇ ਅਤੇ ਮਨੁੱਖ ਜੈਵ ਘਟਕ 'ਚ ਆ ਗਏ ਅਤੇ ਅਜੈਵਿਕ ਘਟਕ 'ਚ ਕੀ ਆ ਗਏ? ਅਜੈਵਿਕ ਘਟਕ 'ਚ ਆ ਗਏ ਭੌਤਿਕ ਜਾਂ ਅਜੈਵ ਘਟਕ। ਠੀਕ ਹੈ ਬੇਟਾ। ਚਲੋ ਹੁਣ ਅੱਗੇ ਗੱਲ ਕਰਦੇ ਹਾਂ ਜੀਵ ਮੰਡਲ ਦੀ ਪਰਿਭਾਸ਼ਾ ਦਿਓ। ਜੀਵ ਮੰਡਲ ਦਾ ਅਰਥ ਹੈ ਜੀਵ ਜਾਂ ਖੇਤਰ ਧਰਤੀ ਦੇ ਸਥਲ, ਜਲ ਅਤੇ ਹਵਾ ਮੌਜੂਦ ਹੈ ਜੋ ਪੌਦਿਆਂ ਅਤੇ ਜੰਤੂਆਂ ਦਾ ਜੀਵ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਬੇਟਾ, ਜੀਵ ਮੰਡਲ ਕੀ ਹੈ? ਜੀਵ ਮੰਡਲ ਦਾ ਅਰਥ ਹੈ ਜੀਵ ਦਾ ਖੇਤਰ ਧਰਤੀ ਦੇ ਸਥਲ, ਜਲ, ਹਵਾ ਦੇ ਮੌਜੂਦ ਹੈ ਜੋ ਪੌਦਿਆਂ ਅਤੇ ਜੰਤੂਆਂ ਦਾ ਜੀਵਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਧਰਤੀ 'ਤੇ ਜੀਵਨ ਬਣਾਈ ਰੱਖਣ ਲਈ ਇਹ ਖੇਤਰ ਆਪਸ ਵਿੱਚ ਮਿਲ ਕੇ ਜੀਵ ਮੰਡਲ ਦਾ ਨਿਰਮਾਣ ਕਰਦੇ ਹਨ। ਧਰਤੀ 'ਤੇ ਸਥਲ ਮੰਡਲ, ਜਲ ਮੰਡਲ ਅਤੇ ਵਾਯੂ ਮੰਡਲ ਵਿੱਚ ਰਹਿਣ ਵਾਲੇ ਸਾਰੇ ਪੌਦਿਆਂ ਅਤੇ ਜੰਤੂਆਂ ਨੂੰ ਇਕੱਠੇ ਰੂਪ ਵਿੱਚ ਜੀਵ ਮੰਡਲ ਕਿਹਾ ਜਾਂਦਾ ਹੈ। ਜੇ ਮੈਂ ਤੁਹਾਨੂੰ ਜੀਵ ਮੰਡਲ ਦੀ ਪਰਿਭਾਸ਼ਾ ਪੁੱਛਾਂ ਤਾਂ ਤੁਸੀਂ ਇਹ ਕਹਿ ਦੇਣਾ ਹੈ ਕਿ ਜਿਹੜੇ ਵਾਯੂ ਮੰਡਲ ਵਿੱਚ ਸਾਰੇ ਪੌਦੇ ਅਤੇ ਜੰਤੂ ਇਕੱਠੇ ਰੂਪ ਵਿੱਚ ਰਹਿੰਦੇ ਨੇ, ਬੇਸਿਕਲੀ ਉਸ ਨੂੰ ਆਪਾਂ ਜੀਵ ਮੰਡਲ ਕਹਿੰਦੇ ਹਾਂ। ਥਰਡ ਕੁਐਸਚਨ ਦੀ ਗੱਲ ਕਰਾਂਗੀ। ਕੀ ਕਾਰਨ ਹੈ ਕਿ ਕੁਝ ਪਦਾਰਥ ਜੈਵ ਵਿਘਟਨਸ਼ੀਲ ਅਤੇ ਕੁਝ ਜੈਵ ਅਵਿਘਟਨਸ਼ੀਲ ਹੁੰਦੇ ਨੇ? ਬੇਟਾ, ਕਿਉਂ ਕੁਝ ਪਦਾਰਥ ਜੈਵ ਵਿਘਟਨਸ਼ੀਲ ਹੁੰਦੇ ਹਨ ਅਤੇ ਕੁਝ ਪਦਾਰਥ ਜੈਵ ਅਵਿਘਟਨਸ਼ੀਲ ਹੁੰਦੇ ਨੇ? ਜੈਵ ਵਿਘਟਨਸ਼ੀਲ ਪਦਾਰਥ ਜੈਵਿਕ ਪ੍ਰਕਰਮਾਂ ਨਾਲ ਅਪਘਟਿਤ ਹੁੰਦੇ ਹਨ। ਉਹ ਜੀਵਾਣੂਆਂ ਅਤੇ ਹੋਰ ਪ੍ਰਾਣੀਆਂ ਦੁਆਰਾ ਪੈਦਾ ਕੀਤੀਆਂ ਜਿਹੜੀਆਂ ਵੀ ਅੰਜਾਇਮ ਹੈ ਉਹਨਾਂ ਦੀ ਸਹਾਇਤਾ ਕਰਦੇ ਹਨ ਅਤੇ ਜਿਹੜੇ ਅਪਘਟਿਤ ਹੋ ਕੇ ਵਾਤਾਵਰਨ ਦਾ ਹਿੱਸਾ ਬਣ ਜਾਂਦੇ ਆ। ਬੇਟਾ, ਅਪਘਟਿਤ ਹੋ ਕੇ ਉਹ ਵਾਤਾਵਰਨ ਦਾ ਹਿੱਸਾ ਬਣ ਜਾਂਦੇ ਆ। ਜਿੱਦਾਂ ਕਿ ਮੈਂ ਤੁਹਾਨੂੰ ਕੋਲੇ, ਪੈਟਰੋਲੀਅਮ ਦੀ ਇੱਥੇ ਐਗਜ਼ਾਮਪਲ ਦੇਵਾਂਗੀ। ਕਹਿੰਦੇ ਕਿ ਬਹੁਤ ਸਾਲਾਂ ਪਹਿਲੇ ਜਿਹੜੇ ਅਵਸ਼ੇਸ਼ ਤੇ ਡੀਕੰਪੋਜੀਸ਼ਨਸ ਹੋਈਆਂ ਸੀ, ਡੀਕੰਪੋਜ਼ਰਸ ਨੇ ਕੀਤੀਆਂ ਸੀ, ਉਹਦੇ ਕਰਕੇ ਅੱਜ ਕੋਲਾ ਅਤੇ ਪੈਟਰੋਲੀਅਮ ਅਵੇਲੇਬਲ ਹੈ। ਮਤਲਬ ਉਹ ਜਿਹੜੇ ਉਸ ਟਾਈਮ 'ਤੇ ਅਪਘਟਿਤ ਹੋਏ ਵਾਤਾਵਰਨ ਦਾ ਹਿੱਸਾ ਬਣ ਗਏ। ਪਰ ਜੈਵ ਅਵਿਘਟਨਸ਼ੀਲ ਪਦਾਰਥ ਜੈਵਿਕ ਪ੍ਰਕਰਮਾਂ ਨਾਲ ਅਪਘਟਿਤ ਨਹੀਂ ਹੁੰਦੇ। ਜਿੱਦਾਂ ਕਿ ਬੇਟਾ ਇੱਥੇ ਜਿਹੜਾ ਜੈਵ ਵਿਘਟਨਸ਼ੀਲ ਦੀ ਅਵਿਘਟਨਸ਼ੀਲ ਦੀ ਐਗਜ਼ਾਮਪਲ ਦੇਵਾਂਗੀ ਤਾਂ ਬਹੁਤ ਕਾਮਨ ਐਗਜ਼ਾਮਪਲ ਹੈ ਪਲਾਸਟਿਕ।
ਠੀਕ ਹੈ ਨਾ ਬੇਟਾ। ਪਲਾਸਟਿਕ ਨੂੰ ਜਿੰਨਾ ਮਰਜ਼ੀ ਡੀਕੰਪੋਜ਼ਰਸ ਉੱਥੇ ਡੀਕੰਪੋਜ਼ ਕਰ ਦੇਣ ਪਰ ਉਹ ਅਪਘਟਿਤ ਨਹੀਂ ਹੁੰਦੇ। ਆਪਣੀ ਸੰਸ਼ਲਿਸ਼ਿਤ ਰਚਨਾ ਦੇ ਕਾਰਨ ਉਹਨਾਂ ਦੇ ਬੰਧਨ ਮਜ਼ਬੂਤੀ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਐਂਜ਼ਾਈਮਸ ਉਹਨਾਂ 'ਤੇ ਆਪਣਾ ਅਸਰ ਨਹੀਂ ਕਰ ਪਾਉਂਦੇ। ਕਿ ਜਿਹੜੇ ਡਿਫਰੈਂਟ ਬੈਕਟੀਰੀਆਜ਼ ਹੈ ਜਾਂ ਕੁਛ ਵੀ ਹੈ ਉਹ ਆਪਣਾ ਉੱਤੇ ਅਸਰ ਨਹੀਂ ਕਰ ਪਾਉਂਦੇ। ਇਸ ਲਈ ਇਹ ਜਿਹੜੇ ਹੁੰਦੇ ਨੇ, ਇਹ ਕੁਝ ਪਦਾਰਥ ਜਿਹੜੇ ਹੁੰਦੇ ਨੇ ਉਹ ਜੈਵ ਵਿਘਟਨਸ਼ੀਲ ਹੁੰਦੇ ਹਨ ਅਤੇ ਕੁਝ ਨਹੀਂ ਹੁੰਦੇ। ਠੀਕ ਹੈ ਬੇਟਾ। ਅਗਲੇ ਕੁਐਸਚਨ ਦੀ ਗੱਲ ਕਰਾਂਗੀ। ਅਜਿਹੇ 2 ਢੰਗ ਦੱਸੋ ਜਿਨ੍ਹਾਂ ਨਾਲ ਜੈਵ ਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ। ਜੈਵ ਵਿਘਟਨਸ਼ੀਲ ਪਦਾਰਥ ਵੱਡੀ ਮਾਤਰਾ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੰਦੇ ਨੇ। ਠੀਕ ਹੈ। ਇਹਨਾਂ ਨਾਲ ਬਦਬੂ ਅਤੇ ਗੰਦਗੀ ਫੈਲਦੀ ਹੈ। ਦੂਜੀ ਗੱਲ, ਜੈਵ ਵਿਘਟਨਸ਼ੀਲ ਪਦਾਰਥ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਇਹਨਾਂ ਨਾਲ ਵਾਤਾਵਰਨ ਵਿੱਚ ਹਾਨਿਕ ਜੀਵਾਣੂ ਵੀ ਵੱਧਦੇ ਹਨ। ਇਸ ਲਈ ਬੇਟਾ ਜਿਹੜੇ ਵੀ ਸਾਨੂੰ ਜੈਵ ਵਿਘਟਨਸ਼ੀਲ ਪਦਾਰਥ ਹੈ ਉਹ ਬਹੁਤ ਧਿਆਨ ਨਾਲ ਉਹਨਾਂ ਦਾ ਜਿਹੜਾ ਅਪਘਟਨ ਕਰਨਾ ਚਾਹੀਦਾ এনवायरमेंट 'ਚ, ਤਾਂ ਕਿ ਬਦਬੂ ਅਤੇ ਗੰਦਗੀ ਨਾ ਫੈਲੇ ਅਤੇ ਜਿਹੜੀਆਂ ਬਿਮਾਰੀਆਂ ਉਹ ਵੀ ਨਾ ਫੈਲਣ। ਅਜਿਹੇ 2 ਢੰਗ ਦੱਸੋ ਜਿਨ੍ਹਾਂ ਨਾਲ ਜੈਵ ਅਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਨੇ। ਜੈਵ ਅਵਿਘਟਨਸ਼ੀਲ ਪਦਾਰਥ ਦਾ ਅਪਘਟਨ ਨਹੀਂ ਹੋ ਸਕਦਾ। ਇਹ ਉਦਯੋਗਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਰਸਾਇਣਿਕ ਪਦਾਰਥ ਤੋਂ ਤਿਆਰ ਹੋ ਕੇ ਬਣਦੇ ਨੇ। ਬੇਟਾ ਮੈਂ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਪਲਾਸਟਿਕ ਦੀ। ਕਿਉਂ ਕਹਿ ਰਹੇ ਪਲਾਸਟਿਕ ਬੈਨ ਕਰ ਦਿਓ, ਇਹ ਤੁਸੀਂ ਨਾ ਡੇਲੀ ਲਾਈਫ ਨਾਲ ਰਿਲੇਟ ਕਰਕੇ ਇਸ ਚੈਪਟਰ ਨੂੰ ਸਮਝੋਗੇ ਤਾਂ ਤੁਹਾਨੂੰ ਬਹੁਤ ਵਧੀਆ ਸਮਝ ਆਏਗਾ। ਕਿਉਂ ਕਹਿੰਦੇ ਆ ਕਿ ਪਲਾਸਟਿਕ ਨੂੰ ਬੈਨ ਕਰ ਦਿਓ, ਕਿਉਂ ਕਹਿੰਦੇ ਆ? ਬਿਕੋਜ਼ ਪਲਾਸਟਿਕ ਇਜ਼ ਨੋਨ ਰਿਨਿਊਏਬਲ ਸੋਰਸਿਸ। ਠੀਕ ਹੈ ਨਾ, ਜਿਹੜਾ ਕਿ ਵਿਘਟਿਤ ਨਹੀਂ ਹੋ ਸਕਦਾ ਅਤੇ ਇਹ ਫਿਰ ਵਾਤਾਵਰਨ ਨੂੰ ਹਾਨੀ ਪਹੁੰਚਾਉਂਦਾ ਹੈ। ਬਿਕੋਜ਼ ਤੁਸੀਂ ਦੇਖਦੇ ਹੋ ਜਿੰਨੇ ਵੀ ਓਸ਼ਨਸ ਹੈ, ਰਿਵਰਸ ਹੈ, ਸਾਰਿਆਂ 'ਚ ਪਲਾਸਟਿਕ ਹੈ। ਇਹ ਭੋਜਨ ਲੜੀ ਵਿੱਚ ਮਿਲ ਕੇ ਜੈਵਿਕ ਵਧਾਓ ਕਰਦੇ ਹਨ ਅਤੇ ਮਨੁੱਖ ਨੂੰ ਤਰ੍ਹਾਂ ਤਰ੍ਹਾਂ ਦੀ ਹਾਨੀ ਪਹੁੰਚਾਉਂਦੇ ਹਨ। ਠੀਕ ਹੈ ਬੇਟਾ। ਅੱਗੇ ਹੁਣ ਆਪਾਂ ਜੈਵ ਵਿਘਟਨਸ਼ੀਲ ਜਿਹੜੇ ਹੈਗੇ ਅਪਸ਼ਿਸ਼ਟ ਅਤੇ ਜੈਵ ਅਵਿਘਟਨਸ਼ੀਲ ਅਪਸ਼ਿਸ਼ਟ ਪਦਾਰਥਾਂ ਵਿੱਚ ਅੰਤਰ ਲਿਖਣ ਜਾ ਰਹੇ ਹਾਂ। ਜੈਵ ਵਿਘਟਨਸ਼ੀਲ ਪਦਾਰਥ ਇਹ ਉਹ ਅਪਸ਼ਿਸ਼ਟ ਪਦਾਰਥ ਹਨ ਜਿਨ੍ਹਾਂ ਨੂੰ ਹਾਨੀ ਰਹਿਤ ਪਦਾਰਥਾਂ ਵਿੱਚ ਤੋੜਿਆ ਜਾ ਸਕਦਾ ਹੈ, ਜਿੱਦਾਂ ਕਿ ਗੋਬਰ, ਘਾਹ। ਮੈਂ ਤੁਹਾਨੂੰ ਕਹਿਣਾ ਕਿ ਇੱਥੇ ਡੀਕੰਪੋਜ਼ਰਸ ਜਿਹੜੇ ਹੈ ਉਹ ਕਿਰਿਆ ਕਰਦੇ ਹਨ ਅਤੇ ਉਹਨਾਂ ਨੂੰ ਵਧੀਆ ਪਦਾਰਥਾਂ ਵਿੱਚ ਜਾਂ ਉਹਨਾਂ ਨੂੰ ਉਹ ਪਦਾਰਥਾਂ ਵਿੱਚ ਤੋੜ ਦਿੰਦੇ ਨੇ ਜਿਹੜੇ ਇਨਵਾਇਰਮੈਂਟਲੀ ਹੈਲਪਫੁਲ ਹੈ। ਜਦ ਕਿ ਅਪਸ਼ਿਸ਼ਟ ਪਦਾਰਥ ਉਹ ਹੁੰਦੇ ਹਨ ਜੋ ਹਾਨੀ ਪਹੁੰਚਾਉਂਦੇ ਹਨ, ਜਿੱਦਾਂ ਕਿ ਦੇਖੋ ਐਗਜ਼ਾਮਪਲ ਲਿਖੀਏ DDT ਅਤੇ ਪਲਾਸਟਿਕ ਆਦਿ। ਜੇ ਮੈਂ ਜੈਵ ਵਿਘਟਨਸ਼ੀਲ ਪਦਾਰਥ ਦੀ ਗੱਲ ਕਰਾਂ ਤੇ ਇਹ ਪਦਾਰਥ ਜੀਵਾਣੂਆਂ, ਬੈਕਟੀਰੀਆ ਦੁਆਰਾ ਅਪਘਟਿਤ ਹੋ ਜਾਂਦੇ ਹਨ ਅਤੇ ਇਸ ਪ੍ਰਕਾਰ ਪਰਿਸਥਿਤਿਕ ਪ੍ਰਬੰਧ ਵਿੱਚ ਸੰਤੁਲਨ ਬਣਾਈ ਰੱਖਦੇ ਹਨ। ਇਹ ਅਪਘਟਿਤ ਹੋ ਜਾਂਦੇ ਹਨ ਤੇ ਸੰਤੁਲਨ ਬਣਾਈ ਰੱਖਦੇ ਹਨ। ਜਦਕਿ ਮੈਂ ਜੈਵ ਅਵਿਘਟਨਸ਼ੀਲ ਪਦਾਰਥਾਂ ਦੀ ਗੱਲ ਕਰਾਂ ਤੇ ਇਹ ਪਦਾਰਥ ਬੈਕਟੀਰੀਆ ਵਰਗੇ ਜੀਵਾਣੂਆਂ ਦੁਆਰਾ ਅਪਘਟਿਤ ਨਹੀਂ ਹੁੰਦੇ। ਸੋ ਬੇਟਾ ਦੀਜ਼ ਆਰ ਵੈਰੀ ਇੰਪੋਰਟੈਂਟ ਕੁਐਸਚਨਸ। 6 ਕੁਐਸਚਨਸ ਮੈਂ ਤੁਹਾਡੇ ਅੱਜ ਲਏ ਹੈ ਇਸ ਚੈਪਟਰ ਦੇ। ਹੌਲੀ ਹੌਲੀ ਇਹ ਚੈਪਟਰ ਨੂੰ ਆਪਾਂ ਪੂਰਾ ਪੜ੍ਹਾਂਗੇ। ਬੇਟਾ ਤੁਸੀਂ ਅੱਜ ਕੀ ਯਾਦ ਕਰਨਾ ਹੈ ਕਿ ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ ਪਦਾਰਥ ਕੀ ਹਨ, ਕਿਹਦੀ ਡੀਕੰਪੋਜੀਸ਼ਨ ਹੋ ਸਕਦੀ ਹੈ, ਕਿਹਦੀ ਨਹੀਂ ਹੋ ਸਕਦੀ। ਸੋ ਬੇਟਾ ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਆਫ ਯੋਰਸੈਲਫ।